जो मांगे ठाकुर अपने ते सोई सोई देवे। नानक दास मुख ते जो बोले इहाँ उहाँ सच होवे। नानक दास मुख ते जो बोले इहाँ उहाँ सच होवे। जो मांगे ठाकुर अपने ते सोई सोई देवे। जो मांगे ठाकुर अपने ते सोई सोई देवे। चतुर्दिशा की नो बल अपना सिर ऊपर कर तार्यो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 14ਵੀਂ ਅਤੇ 15ਵੀਂ ਸਦੀ ਵਿੱਚ ਭਗਤੀ ਲਹਿਰ ਆਪਣੀ ਸਿਖਰ 'ਤੇ ਸੀ ਅਤੇ ਕਈ ਨੀਵੀਆਂ ਜਾਤੀਆਂ ਅਤੇ ਗਰੀਬ ਤਬਕਿਆਂ ਨਾਲ ਸੰਬੰਧ ਰੱਖਣ ਵਾਲੇ ਰੱਬੀ ਰੂਹਾਂ ਨੇ ਜਦ ਇਸ ਦੌਰ ਵਿੱਚ ਆਧਿਆਤਮਿਕ ਵੱਡੀਤਨ ਪ੍ਰਾਪਤ ਕਰਕੇ ਜਸ ਖੱਟਿਆ ਤਾਂ ਉਹਨਾਂ ਦੀ ਦੇਖੋ ਦੇਖੀ ਹੋਰ ਦੂਜੀਆਂ ਜਾਤ ਬਿਰਾਦਰੀਆਂ ਵਿੱਚੋਂ ਵੀ ਕੁਝ ਜਿਗਿਆਸੂ ਪ੍ਰਭੂ ਪਾਲ ਵਿੱਚ ਨਿਤਰੇ। ਜਾਟ ਬਿਰਾਦਰੀ ਦੇ ਭਗਤ ਧੰਨਾ ਜੀ ਇੱਕ ਇਹੋ ਜਿਹੇ ਪ੍ਰਭੂ ਉਪਾਸਕ ਸਨ। ਪ੍ਰਭੂ ਵਿੱਚ ਰਮੀਆਂ ਇਹ ਜਿਹੀਆਂ ਰੂਹਾਂ ਦੀ ਪਹਿਚਾਣ ਕਰਨ ਵਾਲੇ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਲਿਖਦੇ ਹਨ ਕਿ ਭਗਤ ਧੰਨਾ ਜੀ ਨੇ ਨਾਮਦੇਵ ਜੀ ਵੱਲੋਂ ਕੀਤੀ ਕਮਾਈ ਦੀ ਸੋਭਾ ਸੁਣੀ, ਕਬੀਰ ਜੀ ਦਾ ਜਸ ਦੇਖਿਆ, ਰਵਿਦਾਸ ਜੀ ਦੀ ਭਗਤੀ ਦੇਖੀ, ਸੈਨ ਜੀ ਦਾ ਬਲਿਹਾਰੀ ਜਾਣ ਵਾਲਾ ਮਰਤਬਾ ਜਾਣਿਆ ਤਾਂ ਉਹਨਾਂ ਦੇ ਮਨ ਵਿੱਚ ਵੀ ਪ੍ਰਭੂ ਦੀ ਪ੍ਰਾਪਤੀ ਦੀ ਡੂੰਘੀ ਚਾਹ पैदा हो गई। आज हम आपको राजस्थान के ऐसे कर्मयोगी से रूबरू करवा रहे हैं जिसने अपने हठ धर्म से पत्थर में से सालग्राम उत्पन्न करवा दिए। सिख धर्म भी इसकी प्रौढ़ता करता है। तू भक्ता के वश भक्ता तान तेरा। हठ धर्म बच्चों वाला हट जैसा ही सरल होता है पर अटल, जिसमें भोलापन और अपनी इच्छा की पूर्ति की जिद छुपी होती है। फिर इस हट के सामने बड़े बड़े भी बच्चों के आगे सरेंडर कर देते हैं। जब यह हट धर्म का चोगा पहन लेता है और उसमें प्रभु प्रति अटूट विश्वास, दृढ़ता, त्याग, अनुग्रह और समर्पण का भाव मिल जाता है, तब यह प्रभु के दरबार चुनौती देने लग जाता है। इसी हठ धर्म की मिसाल है भगत धन्ना। धन्ना भगत की खुशी के लिए ठाकुर स्वयं न केवल पत्थर में से प्रकट हुए बल्कि उनके साथ कंधे से कंधा मिलाकर उनके खेत जोते, हल चलाया, फसल काटी, गाय भैंसे चराई, यहाँ तक कि उनकी गृहस्थी का सारा सामान सहज उपलब्ध करवाया, वो भी एक मित्र, एक सखा बनकर। यह सब संभव हुआ भगत धन्ना जी के हठ धर्म से, जो आधार बना जीव और परमात्मा के एकत्व का, आत्म साक्षात्कार का, मोक्ष यानी मुक्ति की प्राप्ति का। यही तो ढंग है प्रभु प्रति अपना अनूठा प्रेम प्रदर्शित करने का, जिसे भगत धन्ना जी ने अपने आचरण में अपनाया और मुकाम तक पहुंचाया। तू भगता के बस भगता ताण तेरा। तू भगता के बस भगता ताण तेरा। सबको तेरा
ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਸਨ 1415 ਨੂੰ ਰਾਜਪੂਤਾਨੇ ਟਾਂਕ ਇਲਾਕੇ ਦੇ ਧੂਆਂ ਕਲਾਂ ਪਿੰਡ ਵਿੱਚ ਇੱਕ ਗਰੀਬ ਜੱਟ ਵਿੱਚ ਜਨਮੇ ਤੰਨਾ ਜੀ ਉਹਨਾਂ ਸਿਦਕਵਾਨਾਂ ਵਿੱਚੋਂ ਇੱਕ ਸਨ ਜੋ ਆਪਣੇ ਜੀਵਨ ਨਿਰਵਾਹ ਲਈ ਕਾਮ-ਕਾਜ ਵਿੱਚ ਰਮੇ ਹੋਣ ਦੇ ਬਾਵਜੂਦ ਅਕਾਲ ਪੁਰਖ ਦੀ ਉਸਤਤ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਜੁੜੇ ਰਹਿੰਦੇ ਸਨ। ਇਸੇ ਸਿੱਧਕੀ ਭਾਵਨਾ ਨੇ ਤੰਨਾ ਜੀ ਨੂੰ ਅਕਾਲ ਪੁਰਖ ਦੇ ਦਰਸ਼ਨ ਇੱਕ ਪੱਥਰ ਵਿੱਚੋਂ ਕਰਵਾਏ। ਸਾਫ਼ ਦਿਲ ਦੇ ਨੇਕ ਸੁਭਾਅ ਵਾਲੇ ਤੰਨਾ ਜੀ ਇੱਕ ਪੰਡਿਤ ਜੀ ਦੇ ਕਹਿਣ 'ਤੇ ਪੱਥਰ ਨੂੰ ਰੱਬ ਸਮਝਣ ਲੱਗ ਪਏ ਅਤੇ ਉਸ ਪੱਥਰ ਨੂੰ ਭੋਗ ਲਾਉਣ ਲਈ ਬੇਨਤੀ ਕਰਨ ਲੱਗ ਪਏ। ਇੱਥੋਂ ਤੱਕ ਹੱਟ ਧਰਮ ਅਪਣਾ ਲਿਆ ਕਿ ਜਦ ਤੱਕ ਠਾਕੁਰ ਜੀ ਤੁਸੀਂ ਭੋਗ ਨਹੀਂ ਲਗਾਓਗੇ ਉਹ ਵੀ ਭੋਜਨ ਨਹੀਂ ਛਕਣਗੇ। ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਇਸ ਦ੍ਰਿਸ਼ ਨੂੰ ਬੜੇ ਸੋਹਣੇ ਰੂਪ ਵਿੱਚ 10ਵੀਂ ਵਾਰ ਦੀ 13ਵੀਂ ਪੌੜੀ ਵਿੱਚ ਕੁਝ ਇਸ ਤਰ੍ਹਾਂ ਵਿਅਕਤ ਕੀਤੇ ਹਨ। ਬ੍ਰਾਹਮਣ ਪੂਜੇ ਦੇਵਤੇ ਤੰਨਾ ਗਊ ਚਰਾਉਣ ਆਵੇ ਤੰਨੇ ਡੀਠਾ ਚਲਤ ਏ ਪੁੱਛੇ ਬਾਮਨ ਆਪ ਸੁਣਾਵੇ। ਬਾਮਣ ਪੂਜੈ ਦੇਵਤੇ ਬਾਮਣ ਪੂਜੈ ਦੇਵਤੇ ਤੰਨਾ ਗਊ ਚਰਾਵਣ ਆਵੇ ਤੰਨੇ ਡਿਠਾ ਚਲਤ ਏ ਹੋ ਪੁੱਛੇ ਬਾਮਣ ਆਖ ਸੁਣਾਵੇ ਪੁੱਛੇ ਬਾਮਣ ਆਖ ਸੁਣਾਵੇ ਪੁੱਛੇ ਬਾਮਣ ਆਖ ਸੁਣਾਵੇ। ਉਕਤ ਵਿਚਾਰਾਂ ਨਾਲ ਸੰਜੋਇਆ ਹੋਇਆ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਗ 488 ਤੇ ਸੁਸ਼ੋਭਿਤ ਹੈ, ਜਿਸ ਵਿੱਚ ਤੰਨੇ ਬਾਰੇ ਅੰਤਲੀਆਂ 2 ਪੰਕਤੀਆਂ ਵਿੱਚ ਇਵੇਂ ਜ਼ਿਕਰ ਹੈ। ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲੱਗਾ ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵਟ ਪਾਕਾ। ਬਿਦ ਸੋਣ ਕੈ ਜਾਟ ਰੋ ਬਿਦ ਸੋਣ ਕੈ ਜਾਟ ਰੋ ਉਠ ਭਗਤੀ ਲਾਗਾ ਉਠ ਭਗਤੀ ਲਾਗਾ। ਭੋਲੇ ਭਾਲੇ ਭਗਤੀ ਦੀ ਦ੍ਰਿੜ ਭਾਵਨਾ ਵਿੱਚ ਰੰਗੇ ਭਗਤ ਧੰਨਾ ਦੇ ਹੱਠ ਅੱਗੇ ਪ੍ਰਭੂ ਨੂੰ ਵੀ ਪੱਥਰ ਦੇ ਟੁਕੜੇ ਵਿੱਚ ਠਾਕੁਰ ਦਾ ਰੂਪ ਧਾਰਨ ਕਰ ਦੁੱਧ ਪੀਣਾ ਪਿਆ। ਭਗਤ ਧੰਨਾ ਜੀ ਦੇ ਅਹਿ ਨਿਸ਼ਚੇ ਦੀ ਜਿੱਤ ਹੋਈ ਤੇ ਸਹਿਜ ਸੁਭਾਏ ਲਾ ਮਿਸਾਲ ਪ੍ਰਾਪਤੀ ਸਦਕਾ ਉਹ ਪ੍ਰਭੂ ਵਿੱਚ ਮਗਨ ਹੋ ਗਏ। ਸੁੱਚੇ ਨਿਸ਼ਚੈ ਤੇ ਭੋਲੇ ਭਾਵ ਨਾਲ ਪ੍ਰਭੂ ਨੂੰ ਵੀ ਵਸ ਵਿੱਚ ਕਰਨਾ ਕਿਤਨਾ ਸੌਖਾ ਹੈ। ਇਹ ਗੱਲ ਭਗਤ ਧੰਨਾ ਜੀ ਦੇ ਕੌਤਕ ਨਾਲ ਦ੍ਰਿੜ ਹੁੰਦੀ ਹੈ। ਭੋਲੇ ਭਾਈਆ ਮਿਲੇ ਰਘੁਰਈਆ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਧੰਨਾ ਦੇ ਰਚੇ 3 ਸ਼ਬਦ ਰਾਗ ਆਸਾ ਤੇ ਤਨਾਸਰੀ ਵਿੱਚ ਅੰਕਿਤ ਹਨ, ਜਿਨ੍ਹਾਂ ਵਿੱਚੋਂ ਅੰਗ 487 ਤੇ ਇਹ ਸ਼ਬਦ ਹੈ। ਬ੍ਰਹਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਧਨ ਨਹੀਂ ਧੀਰੇ। ਫਿਰ ਫਰਮਾਉਂਦੇ ਹਨ ਕਿ ਇਹ ਮਨੁੱਖ ਭਟਕਾ ਅੰਦਰ ਕਾਫੀ ਜਨਮ ਬਤੀਤ ਕਰ ਚੁੱਕਾ ਹੈ
ਦੇਹ ਧਨ ਤੇ ਦੌਲਤਾਂ ਸਦਾ ਨਹੀਂ ਰਹਿੰਦੀਆਂ। ਲੋਭ ਤੇ ਵਿਸ਼ੇ ਵਿਕਾਰਾਂ ਦੇ ਭੋਗਾਂ ਦੇ ਜ਼ਹਿਰ ਨੇ ਪ੍ਰਾਣੀ ਨੂੰ ਆਪਣੇ ਸਵਾਮੀ ਤੋਂ ਦੂਰ ਕਰ ਦਿੱਤਾ ਹੈ। ਭਗਤ ਜੀ ਅਕਾਲ ਪੁਰਖ ਦੀ ਸ਼ਲਾਘਾ ਵਿੱਚ ਆਰਤਾ ਕਰਦੇ ਹੋਏ ਜਿੱਥੇ ਉਸਦੀ ਉਪਾਸਨਾ ਕਰਦੇ ਹਨ, ਉੱਥੇ ਹੀ ਨੀਂਹ ਧੜਕ ਹੋ ਕੇ ਇੱਕ ਗ੍ਰਹਿਸੀ ਦੇ ਜੀਵਨ ਨਿਰਵਾਹ ਲਈ ਦੁਨਿਆਵੀ ਪਦਾਰਥਾਂ ਦੀ ਮੰਗ ਵੀ ਕਰਦੇ ਹਨ। ਰਹਿਣ ਲਈ ਘਰ ਮੰਗਦੇ ਹਨ, ਪਰਿਵਾਰ ਚਲਾਉਣ ਲਈ ਘਰਵਾਲੀ, ਸਵਾਰੀ ਲਈ ਚੰਗੀ ਘੋੜੀ ਅਤੇ ਪੇਟ ਭਰਨ ਲਈ ਦਾਲਾਂ, ਘਿਓ, ਆਟਾ, ਲੂਣ, ਮਿਰਚ, ਮਸਾਲੇ ਆਦि ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਅੰਗ 695 ਵਿੱਚ ਇਸ ਤਰ੍ਹਾਂ ਦਰਜ ਹੈ। तेरा गोपाल तेरा आरता, गोपाल तेरा आरता, जो जन तुमरी भगत करंते, जो जन तुमरी भगत करंते, तिनके काज सवारता। धन्ना जी ने पंडित त्रिलोचन से ठाकुर मांग लिए। भला ऐसे भी कोई भगवान मांगता है? अब पीछा कैसे छुड़ाएं? ਤੂੰ ਠਾਕਰ ਕੀ ਕਰਨੇ ਧਰਮ ਦੇ ਨਾਲ? ਓਏ ਕੰਮ ਕਰਵਾਉਂਗਾ, ਬੰਜਰ ਪੁੱਟ ਕੇ ਪੈਲੀ ਬਣਾਉਣੀ ਆ, ਕੋਈ ਮਾਹੌਲ ਤਾਂ ਨਹੀਂ। ਤੰਨਿਆ ਜੇ ਠਾਕਰ ਤੇਰਾ ਕੰਮ ਨਹੀਂ ਕਰ ਦੇਤੇ। ਓਏ ਪੰਡਤਾ, ਤੇਰਾ ਇੱਕ ਮੂੰਹ ਹੈ ਕਿ ਦੋ? ਆਪੇ ਤੇ ਕਹਿੰਦਾ ਉਹ ਸਾਰਿਆਂ ਦਾ ਕੰਮ ਕਰਦੇ ਆ ਤੇ ਮੇਰਾ ਕਰਦੇ ਆ, ਉਹਨਾਂ ਨੂੰ ਥਕੇਵਾਂ ਚੜ ਚੱਲਿਆ। ਅੱਲਾ ਕਰ ਲੈ ਗੱਲ। ਧੰਨਿਆ ਤੂੰ ਤੇ ਹੁਣੇ ਹੀ ਗੋਰੀਆਂ ਵੱਟੀ ਜਾਣਾ। ਓਏ ਠਾਕਰਾਂ ਇੱਥੇ ਖੁਸ਼ਾਮਦ ਕਰਨੀ ਪੈਂਦੀ ਹੈ। ਇਸ਼ਨਾਨ ਕਰਵਾਣਾ, ਆਰਤੀ ਉਤਾਰਨੀ, ਭੋਗ ਲਵਾਣਾ। ਰਾਧੇ ਕ੍ਰਿਸ਼ਨ ਰਾਧੇ कृष्ण राधे कृष्ण। बहुत दिनों तक टाल मटोल करते एक दिन साधारण सा गोल पत्थर वस्त्र में लपेटकर धन्ना को पकड़ा दिया और लगे हाथ पूजा की सारी विधि भी समझा दी। ਲੈ ਧੰਨਿਆ ਅੱਜ ਤੋਂ ਦਵਾਰਕਾਨਾਥ ਦੀ ਦੇਖਭਾਲ ਤੇਰੇ ਜ਼ਮੇ। ਦਵਾਰਕਾਨਾਥ? ਹਾਂ ਠਾਕਰਾਂ ਨੂੰ ਦਵਾਰਕਾਨਾਥ ਵੀ ਕਹਿੰਦੇ ਨੇ। ਠਾकुर ਦਵਾਰਕਾਨਾਥ। ਮੈਂ ਤਾਂ ਠਾਕਰ ਹੀ ਕਹੂੰਗਾ। ਤੂੰ ਜੋ ਚਾਹੇ ਕਹਿ, ਪਰ ਇਹ ਕਿਸੇ ਗੱਲੋਂ ਨਾਰਾਜ਼ ਹੋ ਗਏ ਨਾ ਤਾਂ ਫਿਰ ਮੈਨੂੰ ਨਾ ਕਹੀਂ। ਉਹ ਨਹੀਂ ਕਹਿੰਦਾ, ਨਹੀਂ ਕਹਿੰਦਾ। ਧਰਮ ਨਾਲ ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ। इसके एवज में पंडित जी ने दक्षिणा के रूप में धन्ना से एक दुधारू गाय ले ली। बताई विधि के अनुसार धन्ने ने ठाकुर को स्नान करवाया। ਬੜਾ ਕਰਨ ਦਾ ਹੋਣਾ, ਪਰ ਇੱਥੇ ਤਾਂ ਪੂਰੀ ਚਾਟੀ ਆ। ਫਿਰ ਕੱਲ ਤੋਂ ਖੂਹ ਦੇ ਔਰੂ ਵਿੱਚ ਹੀ ਛਪਕ ਨਹਾ ਲਿਆ ਕਰੀ। उन्हें सजाकर उनकी सेवा में जुट गया। अब धन्ने का हर श्वास इसी सेवा में गुजरने लगा। एक दिन उसके घर से रोटी और लस्सी पहुंची। उसने सोचा खुद खाने से पहले क्यों ना भोजन का भोग ठाकुर जी से लगवाया जाए। यह सोच वह भोजन का भोग लगाने के लिए प्रार्थना करने लगा, जैसा कि पंडित जी करते हैं। ਉਹ ਠਾਕਰਾ, ਭੁੱਖਾ ਮਰ ਕੇ ਕਿਉਂ ਮੇਰੇ ਮੱਥੇ ਕਲੰਕ ਲਾਉਣ ਲੱਗਾ? ਆ ਖਾ ਲੈ, ਆ ਜਾ ਯਾਰ, ਖਾ ਲੈ ਆ। ਉਹ ਠਾਕਰਾ, ਹੱਥ ਵਧਾ ਕੇ ਕਿਉਂ ਰੁਕ ਗਿਆ? ਕੀ ਰੋਟੀਆਂ ਚੁੱਕ ਕੇ ਭੱਜਣ ਦਾ ਵਿਚਾਰ ਹੈ? ਇਹ ਸਾਰੀਆਂ ਤੇਰੇ ਲਈ ਤਾਂ ਹੈ। ਆ ਰੱਜ ਕੇ ਖਾ ਲੈ, ਖਾ ਲੈ। पंडित जी के लिए मात्र ये एक औपचारिकता थी, पारंपरिक मर्यादा थी। भला पत्थर ने क्या भोजन खाना था? पर धन्ना इसे सच मान बैठा और भोजन का भोग लगाने के लिए प्रार्थना करने लगा। शाम हो गई, दूसरा दिन चढ़ आया। धन्ना जी के घर से ताजा भोजन और आ गया। उनकी सच्ची श्रद्धा, विश्वास और हठ के आगे प्रभु जी उसी पत्थर में से प्रकट हो गए। भोजन किया, फिर अपने हाथों से धन्ना को खिलाया। मिले प्रत्यक्ष गुसाइयां, धन्ना वडभागा। प्रभु के दर्शन कर धन्ना निहाल हो गया।
उसकी खुशी का ठिकाना न रहा। फिर तो प्रेम, भक्ति और उसके हठ धर्म के आगे प्रभु धन्ना जी के वश में हो गए। ठाकुर ने जाकर खेतों में बीज डाले, कुआं स्वयं हाँका, फसलों को पानी दिया, पैदावार से लेकर कटाई तक प्रभु धन्ना के साथ काम करते। प्रभु उनके सदाचरण को भी निखारते, उन्हें प्रेरित करते कि सभी दीन दुखियों की सहायता करने के लिए। धन्ना अपने लिए भी कुछ नहीं रखते, सब बांट देते। उनके द्वार से कोई खाली हाथ नहीं लौटता था। आप सारिਆਂ ਨੂੰ ਪਤਾ ਹੈਗਾ ਕਿ ਭਗਤ ਧੰਨਾ ਜੀ ਧੂਆ ਕਲਾਨ ਟੋਂਕ ਜ਼ਿਲ੍ਹਾ ਰਾਜਸਥਾਨ ਦੇ ਰਹਿਣ ਵਾਲੇ ਸੀਗੇ, ਜਿੱਥੇ ਉਹ ਖੇਤੀਬਾੜੀ ਵੀ ਕਰਦੇ ਸੀਗੇ ਔਰ ਗ੍ਰਸਤ ਦਾ ਜੀਵਨ ਜੀਂਦੇ ਸੀਗੇ। ਉਸੇ ਕੜੀ ਵਿੱਚ ਉਹਨਾਂ ਨੇ ਜਿਹੜੀ ਭਗਤੀ ਕੀਤੀ, ਉਹਦਾ ਵੀ ਇਤਿਹਾਸ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਹੈਗਾ। ਗੁਰੂ ਅਰਜਨ ਦੇਵ ਜੀ ਨੇ ਇੱਕ ਸ਼ਲੋਕ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਦਰਜ ਹੈਗਾ ਭਗਤ ਧੰਨਾ ਜੀ ਦੀ ਵਡਿਆਈ ਦਾ, ਉਸ ਦੇ ਬਾਰੇ ਉਹ ਦੱਸਦਾ ਹੈਗਾ ਸ਼ਲੋਕ, ਐ ਬਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਟ ਭਾਗਾ। ਇਹ ਬਾਣੀ, ਇਹ ਦੋਹਾ ਜਿਹੜਾ ਸ਼ਲੋਕ ਹੈਗਾ ਇਹ ਦੱਸਦਾ ਹੈਗਾ ਕਿ ਭਗਤ ਧੰਨਾ ਜੀ ਭਗਤੀ ਦੀ ਉੱਚ ਉਚਾਈ ਨੂੰ ਉਹਨਾਂ ਨੇ ਛੂਹਿਆ ਸੀਗਾ। ਉਸ ਦੇ ਨਾਲ ਨਾਲ ਉਹਨਾਂ ਦੀ ਜਿਸ ਟਾਈਮ ਉਹਨਾਂ ਦਾ 600ਵਾਂ ਗੁਰਪੁਰਬ ਪ੍ਰਕਾਸ਼ ਪਰਵ ਮਨਾਇਆ ਗਿਆ 2016 ਦੇ ਵਿੱਚ, ਉੱਥੇ ਬਹੁਤ ਵੱਡਾ ਇਕੱਠ ਧੂਆ ਕਲਾਨ ਵਿੱਚ ਬਾਬਾ ਲੱਖਾ ਸਿੰਘ ਜੀ ਦੇ ਉਪਰਾਲੇ ਨਾਲ ਹੋਇਆ ਸੀਗਾ। ਉਸੇ ਸਮੇਂ ਦੇ ਉੱਤੇ ਤਤਕਾਲੀਨ ਮੁੱਖ ਮੰਤਰੀ ਆਦਰਨੀਆ ਵਸੁੰਧਰਾ ਰਾਜੇ ਜੀ ਵੀ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸੀਗੇ ਔਰ ਉਸ ਦੇ ਨਾਲ ਨਾਲ ਉੱਥੇ ਇੱਕ ਸੋਹਣਾ ਪੈਨੋਰਮਾ ਭਗਤ ਧੰਨਾ ਜੀ ਦੀ ਯਾਦ ਵਿੱਚ ਉਹਨਾਂ ਦੇ ਇਤਿਹਾਸ ਨੂੰ ਦੱਸਦੇ ਹੋਏ ਔਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਉਹਨਾਂ ਦਾ ਕੀ ਅਟੈਚਮੈਂਟ ਰਿਹਾ ਭਗਤ ਧੰਨਾ ਜੀ ਦਾ ਔਰ ਉਹਨਾਂ ਦਾ ਇਸ ਗੁਰੂ ਗ੍ਰੰਥ ਸਾਹਿਬ 'ਚ ਕੀ ਸਥਾਨ ਹੈਗਾ, ਇਸ ਦੇ ਪੂਰੇ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਉੱਥੇ ਬੜਾ ਸੋਹਣਾ ਪੈਨੋਰਮਾ ਬਣਿਆ ਹੈਗਾ। ਬਾਬਾ ਲੱਖਾ ਸਿੰਘ ਜੀ ਔਰ ਬਾਬਾ ਸ਼ੇਰ ਸਿੰਘ ਜੀ ਦੇ ਉਪਰਾਲੇ ਨਾਲ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੈਗਾ, ਜਿੱਥੇ ਸੰਗਤਾਂ ਹੁਮ ਕੇ ਦਰਸ਼ਨ ਦੇਂਦੀਆਂ ਹੈਗੀਆਂ ਨੇ ਔਰ ਪੈਨੋਰਮਾ ਵਿੱਚ ਜਾ ਕੇ ਦੇਖ ਕੇ ਭਗਤ ਧੰਨਾ ਜੀ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਮਿਲਦੀ ਹੈਗੀ ਹੈ। ਗੁਰੂ ਅਰਜਨ ਦੇਵ ਜੀ ਨੇ ਭਾਰਤ ਦੀ ਅਧਿਆਤਮਿਕ, ਧਾਰਮਿਕ, ਸਮਾਜਿਕ ਔਰ ਰਾਜਨੀਤਿਕ ਏਕਤਾ ਨੂੰ ਇੱਕ ਸੂਤਰ ਵਿੱਚ ਬੰਨਣ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ 36 ਭਗਤਾਂ, ਸੰਤਾਂ ਔਰ ਸਿੱਖ ਗੁਰੂਆਂ ਦੀ ਬਾਣੀ ਨੂੰ ਸ਼ਾਮਲ ਕੀਤਾ, ਕਿਉਂਕਿ ਉਹਨਾਂ ਦਾ ਉਪਰਾਲਾ ਸੀਗਾ ਕਿ ਭਾਰਤ ਦੇ ਉਸ ਸਮੇਂ ਤੱਕ ਦੇ ਜਿਹੜੇ ਚੋਟੀ ਦੇ ਸੰਤ ਸੀਗੇ ਔਰ ਈਸ਼ਵਰ ਨੂੰ, ਪ੍ਰਭੂ ਨੂੰ, ਵਾਹਿਗੁਰੂ ਜੀ ਨੂੰ ਨਿਰਾਕਾਰ ਰੂਪ ਵਿੱਚ ਪੂਜਦੇ ਸੀਗੇ, ਉਹਨਾਂ ਦੀ ਬਾਣੀ ਨੂੰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਖਿਆ। ਉਸ ਨਾਤੇ ਗੁਰੂ ਗ੍ਰੰਥ ਸਾਹਿਬ ਨਾ ਕੇਵਲ ਸਿੱਖਾਂ ਦੇ ਵਾਸਤੇ ਇੱਕ ਬੜਾ ਅਮੁੱਲ ਗ੍ਰੰਥ ਹੈਗਾ, ਲੇਕਿਨ ਉਹ ਸਾਰੇ ਸਮਾਜ ਦੇ ਵਾਸਤੇ ਇੱਕ ਐਸਾ ਰੋਸ਼ਨੀ ਦਿੰਦਾ ਹੈਗਾ, ਐਸਾ ਗਿਆਨ ਦਿੰਦਾ ਹੈਗਾ, ਜਿਸ ਦੇ ਨਾਲ ਅਸੀਂ ਜਿਹੜਾ ਆਪਣੇ ਜੀਵਨ ਦੇ ਇਸ ਭਵ ਸਾਗਰ ਤੋਂ ਪਾਰ ਜਾ ਸਕਦੇ ਹੈਗੇ। ਭਗਤ ਧੰਨਾ ਬਾਰੇ ਦਿੱਤੀ ਜਾਣਕਾਰੀ ਤੋਂ ਇਹ ਵਿਸ਼ਵਾਸ ਜਗਦਾ ਹੈ ਕਿ ਭਗਤ ਧੰਨਾ ਜੱਟ ਪਰਮੇਸ਼ਵਰ ਦੇ ਲਾਡਲੇ ਬੇਟਿਆਂ ਵਿੱਚੋਂ ਹਨ, ਜੋ ਆਪਣੇ ਪਿਤਾ ਤੋਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਰਿਜ਼ਕ ਤੇ ਮਾਨ ਨਾਲ ਮੰਗ ਕਰ ਸਕਦੇ ਹਨ ਅਤੇ ਆਪਣੀ ਵੱਡੀ ਤੋਂ ਵੱਡੀ ਮੰਗ ਪੂਰੀ ਕਰਵਾਉਣ ਲਈ ਉਹਨਾਂ ਨੂੰ ਜਗਤ ਵੀ ਆਉਂਦੀ ਹੈ। ਕਈ ਥਾਵਾਂ ਤੇ ਇਸ ਗੱਲ ਦੇ ਸ਼ਕਤੀਸ਼ਾਲੀ ਹਵਾਲੇ ਵੀ ਮਿਲਦੇ ਹਨ ਕਿ ਭਗਤ ਪ੍ਰਭੂ ਦੇ ਬੇਟੇ ਹਨ। ਗੁਰੂ ਅਰਜਨ ਦੇਵ ਜੀ ਭਗਤਾਂ ਦੇ ਨਿਰਾਲੇ ਕੌਤਕ ਅਤੇ ਸਿੱਧਕ ਤੇ ਕਹਿੰਦੇ ਹਨ ਕਿ ਅਜਿਹੇ ਨਿਸ਼ਚੇ ਵਾਲੇ ਭਗਤਾਂ ਨੇ ਅਕਾਲ ਪੁਰਖ ਨੂੰ ਸੌਤਰਾ ਬਣਾ ਦਿੱਤਾ ਹੈ, ਕਿਉਂਕਿ ਇਹ ਉਸ ਦੀ ਲਾਡਲੀ ਔਲਾਦ ਹਨ। ਗੁਰੂ ਅਰਜਨ ਦੇਵ ਜੀ ਦੇ ਸ਼ਬਦ ਇਸ ਤਰ੍ਹਾਂ ਹਨ, ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੇ ਸੋਧ ਵਿਧਾਤਾ, ਸਗਲ ਸਮੂਲੇ ਉਦਰੇ ਨਾਨਕ, ਪੂਰਨ ਬ੍ਰਹਮ ਪਛਾਤਾ। ਤੇ ਕਹਿਣ ਲੱਗੇ ਜਿਸ ਦਿਨ ਤੂੰ ਉਹਨੂੰ ਮਾਂ-ਬਾਪ ਮੰਨ ਲਏਗਾ, ਮੰਨ ਲੈ। ਦੂਜੇ ਪਾਸੇ ਆਉਣਾ ਚਾਹੁੰਦਾ ਸ਼ਬਦ ਦੀ ਇਸ ਲਾਈਨ ਵੱਲ, ਕਹਿਣ ਲੱਗੇ ਜਿਸ ਦਿਨ ਤੂੰ ਉਹਨੂੰ ਮਾਂ-ਬਾਪ ਮੰਨ ਲਿਆ ਤੇ ਫਿਰ ਤਾਂ ਉਹ ਸੌਤਰਾ ਹੋ ਗਿਆ, ਪੁੱਤਰ ਵਾਲਾ ਹੋ ਗਿਆ, ਤੂੰ ਦਾ ਪੁੱਤਰ ਹੋ ਗਿਆ ਨਾ ਜੀ। ਭਲਾ ਤੂੰ ਉਹਨੂੰ ਮਾਂ-ਬਾਪ ਮੰਨ ਲੈ, ਤੈਨੂੰ ਪਛਾਣ ਆ ਜਾਏ ਉਹਦੀ। ਜਿਸ ਦਿਨ ਤੂੰ ਰੱਬ ਦੀ ਪਛਾਣ ਕਰ ਲਏਗਾ, ਮਨੁ ਰੱਬ ਦੀ ਪਛਾਣ ਕਰਨ ਵਾਲਾ ਮਨੁੱਖ, ਗੁਰਮੁਖ ਜਿਹੜਾ ਹੈ, ਉਹ ਰੱਬ ਨੂੰ ਸੌਤਰਾ ਬਣਾਉਂਦਾ ਹੈ, ਪੁੱਤਰ ਵਾਲਾ ਬਣਾਉਂਦਾ ਹੈ।
ਸਤਿਗੁਰੂ ਕਹਿੰਦੇ ਨੇ सब जन्म हर जन का सफल है। क्यों? कहने लगे उनके आउण नाल रब सौतरा होया है। कहने लगे सफल जन्म हर जन का उपजया जिनकी नो सौत विधाता। रब भी सोचता होगा इन्नी दुनिया पैदा की हो मैनू याद ही नहीं करते भी मैं भी बापू हाँ। इन्नी दुनिया पैदा की जे भला उन्हां विचों कुछ लोग रब नू अपना मां बाप मान लैन तां रब भी सौतरा हो जाए, वो खुशी प्रतीत करे मेरे घर भी कोई जम्मे है जिहड़ा मैनू बापू आखदा है। नहीं तो दुनिया शरीर दे पैदा करने वाले ने नाम लिख देंदी है मेरा फलाना मेरा पिता है, मेरा नाम कोई नहीं लिखता। गुरु कहते सफल जन्म हर जन का उपजया। रब नाल जुड़े हुए गुरु दी अगवाई विच रब नू मानता देने वाले जेड़े कहंदे ने रब है वो मेरा बापू है, मेरा जीवन दाता है, मैनू जीवन दे रहा है ते जीवन दे विच प्रतिपालना भी कर रहा है। सबको मात पिता प्रतिपालक जी प्राण सुख सागर रे। गुरु कहते ने उस दिन रब नू प्रसन्नता हुंदी है, खुशी हुंदी है कि कोई मेरा पुत्र भी अपने आप नू महसूस करता है ना मेरा बापू कौन है। कोई ये भी तो कहता मेरा बापू कौन है, हर जी माता हर जी पिता हर जी प्रतिपालक। उस दिन वो अपने आप नू सौतरा समझता है, मेरी भी संतान है। गुरु कहते ने सफल जन्म हर जन का उपजया जिनकी नो सौत विधाता। जिन्हें विधाता नु सौतरा कर दिता, जिनकी नो सौत विधाता। अगली लाइन विच एक बड़ा खूबसूरत छोटा जिहा हिंट दिता ने। वो कहंदे ने जिहड़े शरीरक मां बाप ने उन्हां दी रिश्तेदारी उन्हां दे नेड़े दे रिश्तेदार कुटुंब तां गिनती दे लोग ने। इसलिए जे चंगा मनुख पैदा हो जाए, चंगा बच्चा घर विच जन्म ले तां लोग कहंदे ने ये अपनी कुल दा उद्धार कर दिंदा है। कुल दा ये आम करके विचा कुल दा उद्धार कर दिंदा है, उद्धार करदा है। ते जे होर चंगा होवे ते फिर आख दिंदे ने 21 कुलां दा उद्धार करदा है। इत्थों तक कहना पर गुरु कहते ने केडी अजीब गल है, वो सच्चे ने क्योंकि वो शरीर करके अपने माता पिता के घर जन्म लैन नूं ही अपने माता पिता का रिश्ता समझते हैं। उसले विच ज़्यादा तो ज़्यादा 21 कुलां होणगियां। लोग आखते ने गिनती विच कि 7 कुलां नानकियां दियां, 7 कुलां दादकियां दियां, 7 कुलां ससुराल दियां, इनलाज दियां, 21 कुलां सारियां दा उधार हो जाता। पर कहन लगे जेड़ा रब नू अपना बापू मनदा है, जिन्हों वो चेता आ जाए कि मैनू जीवन देने वाला प्रभु है, उहदियां कोई छोटियां मोटियां गिनती दियां 10 कुलां ते 20 कुलां ते है नहीं, वो तो सारे संसार दा बापू है। इसलिए विश्वास करो जेड़ा इहो जिहा मनुख रब नू प्रभु नू माता पिता मन के अपना जीवन जोड़दा वो सारे संसार दा ही उद्धार कर जांदा है। मोतियों के मूल्य से बना, इसलिए उसका नाम क्या है? मोती सरोवर तालाब। मोती सरोवर तालाब।
इसी धुआं कला में एक बना है गुरुद्वारा। एक क्या बना है? गुरुद्वारा। एक बना है धन्ना जी का मंदिर, और इसी धुआं कला में सरकार ने एक बना दिया धन्ना जी का पैनोरमा। ये सब के सब किसकी याद में बने हैं? धन्ना जी की स्मृति में। धन्ना जी की स्मृति में बने। दोस्तों, धन्ना जी की स्मृति में बने सारे के सारे किस गांव में? धुआं कला, जिला टोंक में, जहां पर धन्ना जी का 1415 में जन्म हुआ था। ध्यान देना क्या क्या बने? मोती सरोवर तालाब जो जागीरदार ने बनाए, आज भी नहरों से सिंचाई होती है। गुरुद्वारा। अब आपके मन में आएगी यार ये तो हिंदू थे, गुरुद्वारा सिखों का होता है। तो दोस्तों, धन्ना जी की कुल 3 पदों की रचना थी, और ये तीनों के तीनों पद जो हैं आज सिखों के गुरु ग्रंथ साहिब में संकलित हैं। और गुरु ग्रंथ साहिब में इनकी 3 पद 3 वाणियां संकलित है। इसलिए जिन जिन संतों की वाणियां गुरु ग्रंथ साहिब में संकलित है उनके प्रति आस्था रखते हैं सिख, और सिखों ने वहां बना देते हैं गुरुद्वारा। इसलिए यहां पर क्या बना दिया सिखों ने? गुरुद्वारा। इनकी सर्वाधिक मान्यता सिखों में ही है। और आज भी पंजाब के सिख जो आते हैं धुआं कला, धन्ना जी के जिस जाव या खेत को जाव बोलते हैं अपने राजस्थान में, तुंबड़ों में से मोती निपजे थे, उसकी मिट्टी ले जाते हैं और अपने खेत में डालते हैं। क्योंकि जिस खेत में भगवान खुद ने खेती की हो, जिस खेत के तुंबड़ों में से मोती निपजे, उसकी मिट्टी तो बहुत ही मेहननी है, तो उस खेत की मिट्टी अपने खेत में डालते हैं, उससे फसल की पैदावार बढ़ जाती है। ऐसी उनकी मान्यता है। अब धन्ना को समझ आ गया था, जीवन परोपकार के लिए बना है। इसे हम अपने निजी स्वार्थों की पूर्ति के लिए नहीं झोंक सकते। धन्ना जी का संसार को स्पष्ट संदेश था कि जब हमारी छोटी छोटी वस्तुओं की पूर्ति प्रभु स्वयं कर देते हैं, तो हम चिंता क्यों करें, क्यों लोभ करें, क्यों ना दूसरों को इसमें हिस्सेदार बनाएं। क्या आज हम अपने प्रभु पर ऐसा विश्वास रखते हैं? धन्ना जी ਦਾ ਜੀਵਨ ਇਸ ਸਿਲਸਿਲੇ ਵਿੱਚ ਪ੍ਰਤੱਖ ਮਿਸਾਲ ਹੈ, ਜੋ ਸਾਡੀ ਇਸੇ ਖੇਤਰ ਵਿੱਚ ਠੋਸ ਤੇ ਨਿਰੰਤਰ ਅਗਵਾਈ ਕਰਦਾ ਹੈ। ਆਪਣੇ ਅਦੁੱਤੀ ਗੁਣਾ ਸਦਕਾ ਧੰਨਾ ਜੀ ਧਾਰਮਿਕ ਇਤਿਹਾਸ ਦੇ ਗੌਰਵ ਹਨ। ਇਹ ਸਮੂਚੇ ਜੱਟ, ਰਾਜਸਥਾਨ ਅਤੇ ਧੂਆਂ ਕਲਾ ਦੇ ਸਾਰੇ ਲੋਕਾਂ ਲਈ ਮਾਣ ਦਾ ਸਬਬ ਹੈ ਕਿ ਧੰਨਾ ਜੀ ਦੀ ਬਾਣੀ ਉਹਨਾਂ ਦੇ ਗੁਣਾ ਕਰਕੇ श्री गुरु ग्रंथ साहिब विच सुशोभित है। समूचे राजस्थान विच भक्ति दी लहर फैलाण वाले भगत धन्ना जी दे 3 शब्द गुरु ग्रंथ साहिब विच सुशोभित हैं। उन्हां दे उचारे शब्दां विचों एक शब्द असीं रोज गायन भी करदे हां। गोपाल तेरा हारता, जो जन तुमरी भगत करन ते तिनके काज सवारता। धन्ना जी दी भक्ति दी लहर नूं जन जन तक पहुंचाण लई असीं इस डॉक्यूमेंटरी फिल्म दा निर्माण राजस्थान सिख समाज कर रहा है। एवं साडा सौभाग्य है। अब असी सिख जागृति वालियां दा भी धन्यवाद करते हाँ, जिन्हां ने इस फिल्म का लेखन अते डायरेक्शन कर सानू सहयोग दिता है। साडा अगला प्रोजेक्ट बद पीपा जी का है, जो झालावाड़ दे गंगरोन दे राजा सन, जिन्हां दा एक शब्द गुरु ग्रंथ साहिब विच सुशोभित है। ਰਾਜਸਥਾਨ ਸਿੱਖ ਸਮਾਜ ਦੀ ਪ੍ਰੇਰਨਾ ਸਦਕਾ ਸਿੱਖ ਜਾਗ੍ਰਿਤੀ YouTube ਚੈਨਲ ਭਗਤ ਧੰਨਾ ਜੀ ਉੱਪਰ ਇਹ ਡਾਕੂਮੈਂਟਰੀ ਫਿਲਮ ਬਣਾਉਣ ਵਿੱਚ ਸਫਲ ਹੋਇਆ ਹੈ। ਇਸ ਤੋਂ ਪਹਿਲਾਂ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਰਾਇਣਾ ਜੈਪੁਰ ਆਗਮਨ ਤੇ ਵੀ ਇੱਕ ਡਾਕੂਮੈਂਟਰੀ ਫਿਲਮ ਦਾ ਨਿਰਮਾਣ ਕਰ ਚੁੱਕੇ ਹਾਂ, ਜਿਸ ਨੂੰ ਦੇਖ ਕੇ ਰਾਜਸਥਾਨ ਦੀ ਸਮੁੱਚੀ ਸਿੱਖ ਸੰਗਤ ਨੇ ਭਰਵਾਂ ਆਸ਼ੀਰਵਾਦ ਦੇ ਕੇ ਸਾਨੂੰ ਨਿਵਾਜਿਆ ਹੈ। ਰਾਜਸਥਾਨ ਸਿੱਖ ਸਮਾਜ ਦੀ ਪਿਆਰ ਭਰੀ ਪ੍ਰਸਤੁਤੀ ਭਗਤ ਧੰਨਾ ਜੀ ਦੀ ਫਿਲਮ ਦੇਖ ਕੇ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲਵੋ ਜੀ। ਲਾਈਕ ਅਤੇ ਸ਼ੇਅਰ ਕਰੋ। ਹੋਰ ਦੂਜੀ ਵੀਡੀਓ ਦੇਖਣ ਲਈ ਸਿੱਖ ਜਾਗ੍ਰਿਤੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਧੰਨਵਾਦ।